साध संगत जी, अगला सवाल मैं शुरू करन लगा, ਉਹ ਹੈ ਕਿ ਅਸੀਂ ਦੇਖਦੇ ਹਾਂ ਕਿ ਇਹ ਮੌਜੂਦਾ ਸਮੇਂ 'ਚ ਸਾਡੇ 5 ਤਖ਼ਤ ਨੇ ਤੇ ਸਵਾਲਕਰਤਾ ਨੇ ਪੁੱਛਿਆ ਵੀ ਜਿਹੜੇ ਤਖ਼ਤ ਹੈ, ਇਹਨੂੰ ਕ੍ਰੀਏਟ ਕਰਨ ਦਾ ਭਾਵ ਇਹਦਾ ਸੰਕਲਪ ਕੀ ਹੈ? ਕਿਸ ਤਰ੍ਹਾਂ ਇੱਕ ਤਖ਼ਤ ਜਿਹੜਾ ਨਾਮ ਦਿੱਤਾ ਜਾ ਸਕਦਾ ਹੈ? ਜਿਵੇਂ ਸਾਡੇ 5 ਤਖ਼ਤ ਨੇ ਤਾਂ ਉਹਨੂੰ ਤਖ਼ਤ ਦਾ ਨਾਮ ਕਿਵੇਂ ਔਰ ਕੌਣ ਦੇ ਸਕਦਾ ਹੈ? ਵੀਰ ਹਰਜੀਤ ਸਿੰਘ ਜੀ, ਕਿਰਪਾ ਕਰੋ ਇਹਦੇ ਬਾਰੇ ਸਾਨੂੰ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਖਤ ਸ਼ਬਦ ਦਾ ਜੋ ਲਫ਼ਜ਼ੀ ਅਰਥ ਇਹ ਸ਼ਾਹਮੁਖੀ ਫਾਰਸੀ ਦੇ ਵਿੱਚ ਵਰਤਿਆ ਜਾਂਦਾ ਹੈ। ਤਖਤ ਦਾ ਮਤਲਬ ਉਹ ਸਥਾਨ ਜਿਹਨੂੰ ਅਸੀਂ ਮੰਜਾ ਜਾਂ ਚੌਂਕੀ, ਜਿੱਥੋਂ ਬੈਠ ਕੇ ਹੁਕਮ ਜਾਰੀ ਕੀਤਾ ਜਾਂਦਾ, ਉੱਚਾ ਸਥਾਨ ਦੀ ਗੱਲ ਕੀਤੀ। ਤਖਤ ਅੱਜ ਵੀ ਅਸੀਂ ਕਹਿੰਦੇ ਵੀ ਤਖਤ ਤੇ ਬੈਠਾ। ਤਖਤ ਦਾ ਮਤਲਬ ਉੱਚਾ ਸਥਾਨ। ਤੋ ਸਿੱਖੀ ਵਿੱਚ ਜੋ ਤਖਤ ਦਾ ਅਰਥ ਹੈ ਉਹ ਅਦਾਰਾ ਜੋ ਸਿੱਖੀ ਤੇ ਸਿੱਖਾਂ ਦੇ ਅੰਦਰਲੇ ਮਸਲੇ, ਆਂਤਰਿਕ ਮਸਲੇ ਤੇ ਕੌਮਾਂਤਰੀ ਮਸਲੇ ਤੇ ਸੰਸਾਰ ਪੱਧਰ ਤੇ ਮਸਲਿਆਂ ਦੇ ਹੱਲ ਲਈ ਅਗਵਾਈ ਕਰਨ ਦੀ ਸਮਰੱਥਾ ਰੱਖਦਾ ਹੋਵੇ। ਤੋ ਤਖਤ ਦੀ ਪਰਿਭਾਸ਼ਾ ਬੜੀ ਵਿਸ਼ਾਲ ਹੈ। ਤਖਤ ਦੀ ਪਰਿਭਾਸ਼ਾ ਕੋਈ ਛੋਟੀ ਜਿਹੀ ਪਰਿਭਾਸ਼ਾ ਨਹੀਂ ਹੈ ਵੀ ਜਿਹਦੇ ਨਾਲ ਅਸੀਂ ਕੁਝ ਲਫ਼ਜ਼ਾਂ ਦੇ ਵਿੱਚ ਉਹਨੂੰ ਬੰਦ ਕਰ ਸਕੀਏ। ਇੱਥੇ ਜਿਹੜਾ ਤਖਤ ਦਾ ਸਾਡੇ ਅੰਦਰ ਜੋ ਭਾਵਨਾ ਹੈ ਉਹ ਹੈ ਵੀ ਉਹ ਸਿੱਖਾਂ ਦੇ ਮਸਲੇ, ਭਾਵੇਂ ਅੰਦਰੂਨੀ ਮਸਲੇ ਹਨ, ਭਾਵੇਂ ਉਹ ਦੇਸ਼ ਦੇ ਮਸਲੇ ਦੇਸ਼ ਤੱਕ ਹਨ ਤੇ ਭਾਵੇਂ ਉਹ ਸੰਸਾਰ ਪੱਧਰ ਤੱਕ ਹਨ, ਉਹਨਾਂ ਦੇ ਵਿੱਚੋਂ ਉਹਨਾਂ ਦੇ ਹੱਲ ਅਤੇ ਉਹਨਾਂ ਦੀ ਅਗਵਾਈ ਕਰਨ ਦੀ ਸਮਰੱਥਾ ਜਿਹੜੀ ਹੈ ਉਹ ਰੱਖਦਾ ਹੋਵੇ। ਇਹ ਸਿੱਖੀ ਦੇ ਵਿੱਚ ਇਹਦਾ ਹੈ ਜੋ ਤਖਤ ਦਾ ਮਤਲਬ ਹੈ। ਤੋ ਤਖਤ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਤਖਤ ਅਕਾਲ ਤਖਤ ਸਾਹਿਬ ਜਿਹਨੂੰ ਅਸੀਂ ਨਾਮ ਦਿੰਦੇ ਹਾਂ, ਇਹ ਹੋਂਦ ਵਿੱਚ ਆਉਂਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਜਦੋਂ ਹੁੰਦੀ ਹੈ, ਉਦੋਂ ਇਹ ਸਮਾਂ ਬਣ ਗਿਆ ਸੀ ਵੀ ਜਦੋਂ ਇਹ ਕਿਹਾ ਜਾਂਦਾ ਸੀ ਵੀ ਹੁਣ ਸਿੱਖਾਂ ਦੇ ਇਸ ਸਿਧਾਂਤ ਨੂੰ ਖਤਮ ਕਰ ਦਿੱਤਾ ਜਾਏਗਾ ਜਾਂ ਖਤਮ ਹੋ ਜਾਏਗੀ, ਸਿੱਖੀ ਵਿਚਾਰਧਾਰਾ ਜਿਹੜੀ ਹੈ ਉਹ ਖਤਮ ਹੋ ਜਾਏਗੀ, ਇਹ ਗੱਲ ਕਹੀ ਜਾਂਦੀ ਸੀ। ਪਰ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿੱਥੇ ਤਖਤ ਬਣਾਇਆ, ਇਹ ਸਥਾਨ ਲਗਭਗ 13-14 ਫੁੱਟ ਦੀ ਉਚਾਈ ਦੇ ਉੱਤੇ ਹੈ। ਇਹਦਾ ਕਾਰਨ ਮੈਂ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਵੀ ਜੋ ਉਸ ਵੇਲੇ ਦਾ ਹਾਕਮ ਸੀ ਜਹਾਂਗੀਰ, ਉਹਦਾ ਜੋ ਤਖਤ ਸੀ ਜਿੱਥੇ ਬੈਠ ਕੇ ਉਹ ਹੁਕਮ ਜਾਰੀ ਕਰਦਾ ਸੀ, ਉਹ 11 ਫੁੱਟ ਦੀ ਉਚਾਈ ਤੇ ਸੀ ਤੇ ਇਹਦੀ ਉਚਾਈ ਜਿਹੜੀ ਸੀ ਇਹ ਤਕਰੀਬਨ 3.5 ਮੀਟਰ ਦੇ ਕਰੀਬ ਉਚਾਈ ਹੈ, ਜਿਹਨੂੰ ਅਸੀਂ 12 ਜਾਂ 13 ਫੁੱਟ ਦੇ ਵਿੱਚ ਇਹ ਉੱਚੀ ਬਣਦੀ ਹੈ। ਤੇ ਉਹ ਹਾਕਮ ਨੇ ਉਸ ਵੇਲੇ ਐਲਾਨ ਕੀਤਾ ਹੋਇਆ ਸੀ ਵੀ ਇਸ ਮੇਰੇ ਤਖਤ ਤੋਂ ਉੱਚਾ ਕੋਈ ਵੀ ਤਖਤ ਨਹੀਂ ਬਣਾ ਸਕਦਾ ਜਾਂ ਟਿੱਲਾ ਨਹੀਂ ਬਣਾ ਸਕਦਾ। ਤੋ ਜਿਹੜਾ ਟਿੱਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਸੀ, ਉਹ 12 ਜਾਂ 13 ਫੁੱਟ ਦੀ ਉਚਾਈ ਦੇ ਉੱਤੇ ਗੁਰੂ ਹਰਗੋਬਿੰਦ ਮਹਾਰਾਜ ਨੇ ਸਤਿਗੁਰੂ ਜੀ ਦੇ ਕਹਿਣ ਦੇ ਉੱਤੇ ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਹੁਕਮ ਅਨੁਸਾਰ ਉਸ ਟਿੱਲੇ ਨੂੰ ਤਖਤ ਦੇ ਰੂਪ ਵਿੱਚ ਬਦਲ ਦਿੱਤਾ। ਇਸ ਦਾ ਮਤਲਬ ਇਹ ਸੀ ਵੀ ਗੁਰੂ ਜਹਾਂਗੀਰ ਦੇ ਜਿਹੜੇ ਹੁਕਮ ਹਨ ਉਹ ਸਾਡੇ ਉੱਤੇ ਲਾਗੂ ਨਹੀਂ ਹੁੰਦੇ। ਤਖਤ ਦਾ ਮਤਲਬ ਇੱਕ ਸ਼ਕਤੀ ਦਾ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਜੀ ਹਰਿਮੰਦਰ ਸਾਹਿਬ ਦੇ ਸਾਹਮਣੇ ਬਣਾਉਣਾ, ਇਹਦਾ ਮਤਲਬ ਇਹਨੂੰ ਭਗਤੀ, ਤਖਤ ਨੂੰ ਵੀ ਅਸੀਂ ਭਗਤੀ ਦੇ ਅਧੀਨ ਕੀਤਾ। ਸ਼ਕਤੀ ਦਾ ਵਰਤੋਂ ਕੀਤੀ ਗਈ, ਲੇਕਿਨ ਸ਼ਕਤੀ ਨੂੰ ਭਗਤੀ ਦੇ ਅਧੀਨ ਕੀਤਾ ਹੈ। ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਸਾਹਮਣੇ ਲੋੜਵੰਦਾਂ ਦੀ ਦੇਗ ਤਾਂ ਪਹਿਲਾਂ ਹੀ ਚੱਲਦੀ ਸੀ ਤੇ ਅਕਾਲ ਤਖਤ ਦੇ ਸਾਹਮਣੇ ਫਿਰ ਆਪਾਂ ਇਹ ਕਹਿ ਲਈਏ ਕਿ ਜ਼ਾਲਮਾਂ ਦਾ ਨਾਸ਼ ਕਰਨ ਲਈ ਜੋ ਤੇਗ ਸੀ ਉਹਨੂੰ ਵੀ ਹੱਥ ਪਾਉਣਾ ਜ਼ਰੂਰੀ ਸਮਝਿਆ ਗਿਆ। ਇਹੋ ਹੀ ਕਾਰਨ ਹੈ ਇੱਥੇ ਨਗਾਰਾ ਵੱਜਦਾ, ਜੋ ਸ਼ਾਹੀ ਚੀਜ਼ ਦੀ ਨਿਸ਼ਾਨੀ ਹੁੰਦੀ ਹੈ। ਝੂਲਦੇ ਨਿਸ਼ਾਨ ਅਤੇ ਵੱਜਦੇ ਨਗਾਰੇ ਹਮੇਸ਼ਾ ਰਾਜ ਭਾਗ ਦੀ ਨਿਸ਼ਾਨੀ ਮੰਨੇ ਜਾਂਦੇ ਹਨ। ਤੋ ਇਸ ਸਥਾਨ ਦੇ ਉੱਤੇ ਵੀ ਨਗਾਰਾ ਵੱਜਦਾ ਸਵੇਰ ਤੇ ਸ਼ਾਮ ਨੂੰ, ਤੇ ਨਗਾਰੇ ਨਿਸ਼ਾਨ ਜਿਹੜੇ ਸੀ ਚਲਾਏ ਜਾਂਦੇ। ਪਰ ਇੱਕ ਗੱਲ ਬੜੀ ਖਿਆਲ ਵਾਲੀ ਹੈ ਵੀ ਇਹ ਤਖਤ ਜਿਹੜਾ ਹੈ, ਇਹ ਤਖਤ ਭਗਤੀ ਦੇ ਅਧੀਨ ਰੱਖਿਆ ਗਿਆ। ਮੈਂ ਇੱਥੋਂ ਪਹਿਲਾਂ ਵੀ ਇੱਕ ਵਾਰੀ ਬੇਨਤੀ ਕਰ ਚੁੱਕਾ ਹਾਂ ਵੀ ਜਿੱਥੇ
ਅਸਥਾਨ ਦੇ ਉੱਤੇ ਬੈਠ ਕੇ ਹੁਕਮ ਜਾਰੀ ਕੀਤੇ ਜਾਂਦੇ ਹਨ, ਉਸ ਸਥਾਨ ਤੇ ਬੈਠ ਕੇ ਅਸੀਂ ਸਾਹਮਣੇ ਦੇਖੀਏ ਤਾਂ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਾਹਮਣੇ ਨਜ਼ਰ ਆਉਂਦਾ ਹੈ। ਉਸ ਦੇ ਦਰਵਾਜ਼ੇ ਦੇ ਵਿੱਚੋਂ, ਦਰਸ਼ਨ ਡਿਊਟੀ ਦੇ ਵਿੱਚੋਂ ਪੂਰਾ ਨਜ਼ਰ ਆਉਂਦਾ ਹੈ। ਪਰ ਜੇ ਅਸੀਂ ਦਰਬਾਰ ਸਾਹਿਬ ਜੀ ਦੀ ਤਾਬਿਆ ਬੈਠੇ ਹੋਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਤਾਂ ਉੱਥੋਂ ਇਹ ਥੜਾ ਸਾਹਿਬ ਜਿੱਥੇ ਬੈਠ ਕੇ ਇਹ ਹੁਕਮ ਜਾਰੀ ਕੀਤੇ ਜਾਂਦੇ ਹਨ, ਉਹ ਨਜ਼ਰ ਨਹੀਂ ਆਉਂਦਾ। ਉਹਦਾ ਕਾਰਨ ਬੜਾ ਸਪਸ਼ਟ ਹੈ ਵੀ ਸਿੱਖ ਨੇ ਜਦੋਂ ਵੀ ਕੋਈ ਫੈਸਲੇ ਕਰਨੇ ਨੇ, ਉਹ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤਾਂ ਦੇ ਅਨੁਕੂਲ ਕਰਨੇ ਹਨ, ਭਾਵੇਂ ਉਹ ਰਾਜ ਸਿੰਘਾਸਨ ਤੇ ਬੈਠਾ ਹੋਵੇ ਤੇ ਭਾਵੇਂ ਕਿੱਥੇ ਬੈਠਾ ਹੋਵੇ। ਇਹ ਬੜਾ ਸਪਸ਼ਟ ਅਰਥ ਹੈ। ਪਰ ਜਦੋਂ ਉਹ ਬੰਦਗੀ ਵਿੱਚ ਆਪਣੇ ਜੁੜਿਆ ਹੋਇਆ, ਉਸ ਵੇਲੇ ਉਹਨੂੰ ਇਹਨਾਂ ਚੀਜ਼ਾਂ ਦਾ ਖਿਆਲ ਜਿਹੜਾ ਨਹੀਂ ਹੋਣਾ ਚਾਹੀਦਾ। ਇਹ ਇਸ ਢੰਗ ਦੇ ਨਾਲ ਇਹਦਾ ਤਖਤ ਦੀ ਜਿਹੜੀ ਸਿਰਜਣਾ ਕੀਤੀ ਗਈ। ਇਹ ਅਕਾਲ ਤਖਤ ਸਾਹਿਬ ਦੀ ਸਿਰਜਣਾ ਇਸ ਢੰਗ ਦੇ ਨਾਲ ਕੀਤੀ ਗਈ। ਇਤਿਹਾਸਿਕ ਗੱਲ ਦੀ ਗਵਾਹੀ ਭਰਦਾ ਹੈ ਕਿ ਜਦੋਂ ਗੁਰੂ ਕਾਲ ਤੋਂ ਬਾਅਦ, ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜਦੋਂ ਸਿੱਖਾਂ ਦੇ ਮਿਸਲਾਂ ਕਾਇਮ ਹੁੰਦੀਆਂ ਹਨ, ਤਾਂ ਸਿੱਖ ਮਿਸਲਾਂ ਦੇ ਆਗੂ ਸਾਲ ਵਿੱਚ 2 ਵਾਰੀ ਇਸ ਸਥਾਨ ਤੇ ਇਕੱਠੇ ਹੁੰਦੇ, ਕੌਮ ਦੇ ਦਰਪੇਸ਼ ਮਸਲੇ ਜਿਹੜੇ ਸੀ ਉਹਨਾਂ ਨੂੰ ਹੱਲ ਕਰਦੇ, ਉਹਦੇ ਵਿਚਾਰ ਕਰਦੇ। ਉਹਨੂੰ ਸਰਬੱਤ ਖਾਲਸਾ ਦਾ ਨਾਮ ਦਿੱਤਾ ਜਾਂਦਾ ਸੀ। ਉਹਦੇ ਵਿੱਚ ਮਿਸਲਾਂ ਦੇ ਔਰ ਹੋਰ ਚੰਗੇ ਆਗੂ ਸਿਰਫ ਸ਼ਾਮਲ ਹੁੰਦੇ ਸਨ। ਸਰਬੱਤ ਖਾਲਸਾ ਕਿਸੇ ਭੀੜ ਦੀ ਨਾਮ ਨਹੀਂ ਹੈ ਵੀ ਉੱਥੇ 2 ਲੱਖ ਦੀ ਸੰਗਤ ਇਕੱਠੀ ਕਰ ਲਈਏ ਜਾਂ 4 ਲੱਖ ਦੀ ਸੰਗਤ ਕਰ ਲਈਏ, ਉੱਥੇ ਆਪਣੀ ਮਰਜ਼ੀ ਦੇ ਮਤੇ ਪੜ੍ਹ ਦਈਏ, ਉਹਨੂੰ ਸਰਬੱਤ ਖਾਲਸਾ ਦੇ ਫੈਸਲੇ ਦਾ ਨਾਂ ਦੇ ਦਈਏ। ਇਹ ਸਿਧਾਂਤ ਹੀ ਗਲਤ ਹੈ। ਉੱਥੇ ਆਗੂ ਹੁੰਦੇ ਸਨ, ਉਹਨਾਂ ਦੇ ਸਾਹਮਣੇ ਸਾਰੀਆਂ ਇਹ ਮੁਸ਼ਕਿਲਾਂ ਜਿਹੜੇ ਕੌਮ ਨੂੰ ਸਮੱਸਿਆਵਾਂ ਆਉਂਦੀਆਂ ਸਨ, ਉਹ ਸਾਰੀਆਂ ਸਮੱਸਿਆਵਾਂ, ਉਹ ਕੌਮੀ ਸਮੱਸਿਆਵਾਂ ਜਿਹੜੀਆਂ ਸਨ, ਉਹ ਉਸ ਵੇਲੇ ਹੱਲ ਵਿਚਾਰੀਆਂ ਜਾਂਦੀਆਂ, ਉਹਨਾਂ ਦੇ ਵਿੱਚੋਂ ਹੱਲ ਲੱਭਿਆ ਜਾਂਦਾ। ਉਹਨਾਂ ਵਿੱਚੋਂ ਹੱਲ ਲੱਭ ਕੇ ਫਿਰ 5 ਸਿੰਘ ਜਿਹੜੇ ਚੁਣੇ ਜਾਂਦੇ, ਉਹਨਾਂ ਵਿੱਚੋਂ ਹੀ, ਤੇ 5 ਦੇ ਵਿੱਚੋਂ ਜਿਹੜਾ ਮਤਾ ਪਾਸ ਹੁੰਦਾ, ਉਹਨੂੰ ਕਰਕੇ ਫਿਰ ਅਕਾਲ ਤਖਤ ਦਾ ਜਿਹੜਾ ਜਥੇਦਾਰ ਸੀ ਉਹ ਸੁਣਾ ਦਿੰਦਾ, ਉਹਨੂੰ ਪੜ੍ਹ ਕੇ ਸੁਣਾ ਦਿੰਦਾ। ਅਕਾਲ ਤਖਤ ਜਥੇਦਾਰ ਦਾ ਕੋਈ ਇੰਨਾ ਹੀ ਕੰਮ ਸੀ, ਇਸ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਸੀ ਵੀ ਉਹ ਆਪਣੇ ਹੁਕਮ ਉਹੀ ਜਾਰੀ ਕਰਦਾ ਸੀ ਜਿਹੜਾ ਸੰਗਤ ਨੇ ਜਾਂ ਸਰਬੱਤ ਖਾਲਸੇ ਨੇ ਪਾਸ ਕੀਤਾ ਹੋਇਆ। ਇਹ ਬੜੀ ਇੱਕ ਕਮਾਲ ਦੀ ਗੱਲ ਸੀ। ਪਰ ਕਿਉਂਕਿ ਹੌਲੀ ਹੌਲੀ ਸਮੇਂ ਦੇ ਮੁਤਾਬਕ ਜਦੋਂ ਰਾਜਨੀਤੀ ਭਾਰੀ ਹੁੰਦੀ ਹੈ, ਤਾਂ ਬਿਨਾਂ ਵਿਚਾਰੇ ਵੀ ਹੁਕਮ ਜਾਰੀ ਹੁੰਦੇ ਰਹੇ। ਫਿਰ ਹੁਕਮ ਦੀ ਉਹ ਮਹਾਨਤਾ ਨਹੀਂ ਰਹਿੰਦੀ ਜਿਹੜੇ ਹੁਕਮਨਾਮੇ ਉਸ ਵੇਲੇ ਚੱਲਦੇ ਸਨ, ਜਿਹੜੇ ਸਰਬੱਤ ਖਾਲਸੇ ਦੇ ਵੇਲੇ ਕੀਤੇ ਜਾਂਦੇ ਸਨ। ਉਹ ਸਾਰੀ ਸੰਗਤ, ਸਿੱਖ ਸੰਗਤ ਜਿਹੜਾ ਸੀ, ਉਹਦੇ ਅੱਗੇ ਸਿਰ ਝੁਕਾ ਕੇ ਉਹਨੂੰ ਮੰਨ ਲੈਂਦਾ ਸੀ, ਕਿਉਂਕਿ ਉਹਨੂੰ ਸਰਬੱਤ ਖਾਲਸਾ ਦਾ ਹੁਕਮ ਮੰਨਿਆ ਜਾਂਦਾ ਸੀ, ਕਿਸੇ ਪਾਰਟੀ ਜਾਂ ਕਿਸੇ ਧੜੇ ਦਾ ਹੁਕਮ ਨਹੀਂ ਸੀ ਮੰਨਿਆ ਜਾਂਦਾ। ਇਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸੁਪਰਮੇਸੀ ਜੀ ਅਸੀਂ ਗੱਲ ਕਰਦੇ ਹਾਂ ਕਿ ਕੌਮ ਨੂੰ ਅਗਵਾਈ ਦੇਣ ਦੇ ਲਈ ਇਹ ਤਖਤ ਜਿਹੜਾ ਸੀ ਬਣਾਇਆ ਗਿਆ। ਔਰ ਇਹ ਇਤਿਹਾਸਿਕ ਗੱਲ ਕਹਿੰਦਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਮਹਾਰਾਜ ਜਦੋਂ ਇੱਥੇ ਬੈਠੇ ਤਾਂ ਇਹ ਐਲਾਨ ਕੀਤਾ ਸੀ, ਅੱਜ ਤੋਂ ਮੇਰੀ ਭੇਟਾ ਚੰਗਾ ਸ਼ਸਤਰ ਤੇ ਚੰਗੀ ਜਵਾਨੀ ਹੋਵੇਗੀ, ਮੇਰੀ ਖੁਸ਼ੀ ਲੈਣੀ ਹੈ, ਕਸਰਤਾਂ ਕਰੋ, ਘੋੜਸਵਾਰੀ ਸਿੱਖੋ। ਤੁਸੀਂ ਤੇਗ ਇਸ ਵਾਸਤੇ ਫੜੀ ਹੈ ਤੇ ਮੈਂ ਤੇਗ ਇਸ ਵਾਸਤੇ ਪਹਿਨੀ ਹੈ ਕਿ ਜ਼ਾਲਮ ਜ਼ੁਲਮ ਦੀ ਤਲਵਾਰ ਚਲਾਉਣੀ ਸਦਾ ਲਈ ਬੰਦ ਕਰ ਦੇਵੇ। ਪਰ ਜਦ ਤੱਕ ਜ਼ਾਲਮ ਦੀ ਇਹ ਤਲਵਾਰ ਚੱਲਦੀ ਰਹੇਗੀ, ਸਾਡੀ ਤੇਗ ਵੀ ਚੱਲਦੀ ਰਹੇਗੀ। ਤਾਂ ਇਹ ਨਾਲ 2 ਗੱਲਾਂ ਹੋਰ ਕਹੀਆਂ ਵੀ ਸਿੱਖ ਦੇ ਘਰ ਹਰ ਸਮੇਂ ਆਏ ਹੋਏ ਲੋੜਵੰਦ ਲਈ ਦੇਗ ਤੇ ਸਿਰਫ ਫਿਰ ਆਕੀ ਦੇ ਲਈ ਤੇਗ ਤਿਆਰ ਰਹਿਣੀ ਚਾਹੀਦੀ ਹੈ। ਇਹ ਵੀ ਨਾਲ ਸਿਧਾਂਤ ਜਿਹੜਾ ਸਿੱਖੀ ਨੂੰ ਦਿੱਤਾ ਗਿਆ, ਕਿਉਂਕਿ ਸਿੱਖ ਧਰਮ ਜਿਹੜਾ ਹੈ ਬੰਦਗੀ, ਭਗਤੀ, ਸ਼ਕਤੀ, 2 ਚੀਜ਼ਾਂ ਦਾ ਸੁਮੇਲ ਹੈ, ਭਗਤੀ ਦਾ ਵੀ, ਸ਼ਕਤੀ ਦਾ। ਪਰ ਤੁਸੀਂ ਆਪਾਂ ਦੇਖਦੇ ਹਾਂ ਜਦੋਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਲੱਗੇ ਹੋਏ ਨਿਸ਼ਾਨ ਸਾਹਿਬ, ਜਿਹੜਾ ਸ਼ਕਤੀ ਦਾ ਨਿਸ਼ਾਨ ਹੈ ਉਹ ਨੀਵਾਂ ਹੈ ਤੇ ਜਿਹੜਾ ਬੰਦਗੀ ਦਾ ਨਿਸ਼ਾਨ ਹੈ ਉੱਚਾ। ਇਹ ਵੀ ਗੱਲ ਦਰਸਾਉਂਦਾ ਹੈ ਕਿ ਕੌਮੀ ਫੈਸਲੇ ਕੋਈ ਵੀ ਹੋਣਗੇ, ਇਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਅਗੇਂਸਟ ਨਹੀਂ ਹੋਣੇ ਚਾਹੀਦੇ। ਭਗਤੀ ਨੂੰ ਹਮੇਸ਼ਾ ਹੀ ਸਰਵਉੱਚ ਦਿੱਤਾ ਗਿਆ। ਉਸ ਤੋਂ ਬਾਅਦ ਜੋ ਸਿੱਖ ਰਹਿਤ ਦਾ ਜ਼ਿਕਰ ਆਉਂਦਾ ਹੈ, ਉਹ 5 ਤਖਤਾਂ ਦਾ ਜ਼ਿਕਰ ਸਿੱਖ ਰਹਿਤ ਮਰਿਆਦਾ ਦੇ ਵਿੱਚ ਆਉਂਦਾ ਹੈ। ਤਾਂ 5 ਤਖਤ ਜਿਨ੍ਹਾਂ ਦੇ ਅੱਜ ਜ਼ਿਕਰ ਕੀਤਾ ਗਿਆ, ਉਹਨਾਂ 'ਚ ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ, ਇਹ 5 ਤਖਤਾਂ ਦੇ ਨਾਮ ਜਿਹੜੇ ਹਨ ਇਹ ਆਉਂਦੇ ਹਨ। ਇਹ ਤਖਤਾਂ ਨੂੰ ਕਿਵੇਂ ਹੋਂਦ ਵਿੱਚ ਆਏ, ਕਿਸ ਤਰ੍ਹਾਂ ਆਏ, ਇਹਦੇ ਬਾਰੇ ਕੋਈ ਇਤਿਹਾਸਕ ਬਹੁਤੇ ਸਰੋਤ ਨਹੀਂ ਮਿਲਦੇ। ਪਰ ਇੱਕ ਗੱਲ ਸਿਰਫ ਇਹ ਕਹੀ ਜਾਂਦੀ ਹੈ, ਜਿਹੜੀ ਮੰਨੀ ਜਾਂਦੀ ਹੈ ਜਾਂ ਕਹੀ ਜਾਂਦੀ ਹੈ, ਵੀ ਇਹ ਜਿੱਥੇ ਬੈਠ ਕੇ ਗੁਰੂ ਸਾਹਿਬ ਜੀ ਨੇ ਹੁਕਮਨਾਮੇ ਕੁਝ ਜਾਰੀ ਕੀਤੇ, ਗੁਰੂ ਸਾਹਿਬ ਨੇ ਕੋਈ ਹੁਕਮਨਾਮਾ ਜਾਰੀ ਕੀਤਾ, ਉਹਨਾਂ ਤਖਤਾਂ ਨੂੰ ਜਿਹੜਾ ਗੁਰਦੁਆਰੇ ਨੂੰ ਤਖਤ ਦਾ ਨਾਮ ਜਿਹੜਾ ਸੀ ਉਹ ਦਿੱਤਾ ਗਿਆ।
ਪਰ ਇਹ ਗੱਲ ਵੀ ਕੋਈ ਅਜੇ ਤੱਕ ਵੀ ਇਹ ਬਹੁਤੀ ਸਹਿਮਤੀ ਨਹੀਂ ਪ੍ਰਗਟਾਉਂਦੀ ਵੀ ਵਾਕਈ ਇਹ ਉਹਨਾਂ ਨੂੰ ਦਿੱਤਾ ਗਿਆ। ਇਸ ਤਰ੍ਹਾਂ ਤਾਂ ਹੋਰ ਵੀ ਬਹੁਤ ਸਾਰੇ ਸਥਾਨ ਹਨ ਜਿੱਥੇ ਗੁਰੂ ਸਾਹਿਬ ਨੇ ਹੁਕਮ ਜਿਹੜੇ ਹਨ ਉਹ ਜਾਰੀ ਕੀਤੇ ਹਨ। ਪਰ ਕਿਉਂਕਿ ਪੰਥਪੁਰ ਦਾ ਫੈਸਲਾ ਹੈ, ਸਿੱਖ ਰਹਿਤ ਮਰਿਆਦਾ 'ਚ ਗੱਲ ਲਿਖੀ ਹੋਈ ਹੈ ਵੀ ਤਖਤ ਜਿਹੜੇ ਉਹ ਸ਼੍ਰੀ ਅਕਾਲ ਤਖਤ ਸਾਹਿਬ, ਤਖਤ ਸ਼੍ਰੀ ਪਟਨਾ ਸਾਹਿਬ, ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਤਖਤ ਸ਼੍ਰੀ ਦਮਦਮਾ ਸਾਹਿਬ, ਤਖਤ ਸ਼੍ਰੀ ਹਜ਼ੂਰ ਸਾਹਿਬ, ਤੇ ਇਹਨਾਂ ਚੋਂ 4 ਤਖਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਹੀ, ਸਥਾਨਾਂ ਦੇ ਨਾਲ ਹੀ ਸੰਬੰਧ ਰੱਖਦੇ ਹਨ। ਕੇਵਲ ਇੱਕੋ ਤਖਤ ਹੈ ਜੋ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਨੇ 1609 ਦੇ ਵਿੱਚ ਦਰਬਾਰ ਸਾਹਿਬ ਦੇ ਸਾਹਮਣੇ ਤਿਆਰ ਕਰਵਾਇਆ ਸੀ। ਇਹਦਾ ਕਿਉਂ ਬਣਾਏ ਗਏ, ਕਿਸ ਤਰ੍ਹਾਂ ਬਣਾਏ ਗਏ, ਇਉਂ ਜਾਪਦਾ ਹੈ ਕਿ ਇਹ ਪੰਜ ਪ੍ਰਧਾਨ ਪ੍ਰਣਾਲੀ ਨੂੰ ਸਰਵਉੱਚਤਾ ਦੇਣ ਦੇ ਲਈ ਇਹ ਤਖਤਾਂ ਦੀ ਸਥਾਪਨਾ ਕੀਤੀ ਗਈ। ਪਰ ਪੰਜ ਪ੍ਰਧਾਨ ਪ੍ਰਣਾਲੀ ਦਾ ਜੋ ਸਿਸਟਮ ਚੱਲ ਰਿਹਾ ਸੀ, ਜੋ ਸਰਬੱਤ ਖਾਲਸਾ ਦੇ ਵੇਲੇ ਸੀ, ਬੜਾ ਸੁਪਰ ਸਿਸਟਮ ਸੀ। ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਗੱਲ ਸਾਨੂੰ ਸਮਝਾਈ, ਉਹਨਾਂ ਨੇ ਪੰਜ ਪ੍ਰਧਾਨ ਪ੍ਰਣਾਲੀ ਦੀ ਗੱਲ ਤਾਂ ਕੀਤੀ, ਪਰ ਉਹਨਾਂ ਨੇ ਇਹ ਨਹੀਂ ਕੀਤਾ ਵੀ ਇਹ 5 ਫਿਕਸ ਹੋ ਜਾਣਗੇ। ਉਹਨਾਂ ਕਿਹਾ ਐਨੀ 5 ਬਟ ਦਾ ਬੈਸਟ 5, ਵੀ ਕੋਈ ਵੀ 5 ਪਰ ਸਭ ਤੋਂ ਸ੍ਰੇਸ਼ਟ 5 ਉਹਨਾਂ ਨੂੰ ਇਹ ਜਿਹੜੀ ਸੀ ਅਧਿਕਾਰ ਦਿੱਤਾ ਗਿਆ। ਤਾਂ ਫਿਕਸ ਕਰਕੇ ਅਸੀਂ ਭਾਵੇਂ ਜਿਹੜੇ ਜੇ ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ ਅਸੀਂ ਫਿਕਸ ਕਰ ਲੈਂਦੇ ਹਾਂ ਵੀ ਇਹੋ ਹੀ ਫੈਸਲੇ ਕਰਨਗੇ, ਤਾਂ ਉਹਦੇ ਫੈਸਲਿਆਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਊਮਤਾਈ ਹੋਣ ਦੀ ਹਮੇਸ਼ਾ ਸੰਭਾਵਨਾ ਬਣੀ ਰਹਿੰਦੀ ਹੈ। ਪਰ ਕੌਮ ਨੂੰ ਚਾਹੀਦਾ ਹੈ ਕਿ ਇਹਦੇ ਬਾਰੇ ਤਖਤਾਂ ਦੇ ਜੋ ਅਸਲ ਪਰਪਸ ਸੀ ਉਹਨੂੰ ਸਮਝਿਆ ਜਾਵੇ। ਅਸਲ ਪਰਪਸ ਹੈ ਵੀ ਕੌਮੀ ਮਸਲੇ, ਦੇਸ਼ ਪੱਧਰ ਦੇ ਮਸਲੇ ਤੇ ਸੰਸਾਰ ਪੱਧਰ ਦੇ ਮਸਲਿਆਂ ਨੂੰ ਉੱਥੇ ਬੈਠ ਕੇ ਵਿਚਾਰੇ ਜਾਂਦਾ। ਉੱਥੇ ਸਰਬੱਤ ਖਾਲਸਾ ਦੇ ਰੂਪ ਵਿੱਚ ਸਿੱਖ ਇਕੱਠੇ ਹੁੰਦੇ, ਉੱਥੇ ਜਿਹੜੇ ਫੈਸਲੇ ਉਹਨਾਂ ਦੇ ਹੱਲ ਹੁੰਦੇ, ਉਹਨਾਂ ਫੈਸਲਿਆਂ ਨੂੰ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਪੜ੍ਹ ਕੇ ਸੁਣਾ ਦਿੰਦੇ। ਇਹ ਇੱਕ ਮਰਿਆਦਾ ਹੈ, ਪਰੰਪਰਾ ਹੈ ਜਿਹੜੀ ਤਖਤ ਸਾਹਿਬਾਨ ਦੀ ਮਹਾਨਤਾ ਦੀ ਗੱਲ ਹੈ। ਤਖਤ ਬਾਕੀ ਕਦੋਂ ਬਣੇ, ਕਿਉਂ ਬਣਾਏ ਗਏ, ਇਸ ਬਾਰੇ ਜ਼ਿਆਦਾ ਜਾਣਕਾਰੀ ਤਾਂ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਸਾਹਿਬ ਤੋਂ ਲਈ ਜਾ ਸਕਦੀ ਹੈ। ਸਾਡੀ ਜਾਣਕਾਰੀ ਮੁਤਾਬਕ ਤਾਂ ਤਖਤ ਦਾ ਜੋ ਮਤਲਬ ਕੀ ਹੈ, ਅਰਥ ਕੀ ਹੈ, ਉਹ ਇਹੋ ਹੀ ਹੈ ਵੀ ਜਿੱਥੋਂ ਕੌਮੀ ਤੌਰ ਤੇ ਉੱਥੇ ਅਸੀਂ ਸੇਧ ਲੈ ਸਕਦੇ ਹਾਂ, ਅਗਵਾਈ ਲੈ ਸਕਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਮਿਊਟ ਹੋ ਵੀਰ ਜੀ। हाँ, जितनी जानकारी तख्तां बारे मिल सकी है वीर जी ने साझी की है, धन्यवाद। साध संगत जी, मैं बेनती कर दिया कि गुरु हरगोबिंद साहब सच्चे पातशाह ने जिस वे अकाल तख्त की रचना की थी, वो जो अज तक बहुत सारिया सोसाइटियां, पोलिटिकल पार्टीज ह्यूमन राइट्स की गल करदियां ने वो अपने हिसाब नाल, परंतु गुरु हरगोबिंद साहब सच्चे पातशाह ने बड़े दिल गुरदे दे नाल और बड़ी बहादरी दे नाल उस वेले दी जिहड़ी हुकूमत सी, उन्हां दी जिहड़ी एटोक्रेसी पावर दे जिहड़े अखड़पना या लोगों ते जिहड़ा दबाव पाउण दी गल सी, ਉਹਦੇ खिलाफ उन्होंने झंडा चुकिया और अकाल तख्त की रचना की। और ਜਿਹੜੀਆਂ ਗੱਲਾਂ उन्होंने कुछ कौमां लई मनाही कीतियां सन, जिवें कि नॉन मुस्लिम जिहड़े ने घोड़े ते नहीं चढ़ सकते, कलगी नहीं ला सकते, तख्त नहीं बना सकते, महाराज ने सब कुछ किया। कारण यही सी कि ह्यूमन राइट्स के सारिਆਂ ਦੇ राइट्स बराबर ने। अज भी लोड़ है ਅਸੀਂ अपनी ह्यूमन राइट्स से पहरा दईए। पहरा देने का मतलब अपने आप तो पहले शुरू करिए कि ਅਸੀਂ ਕਿਸੇ ਦੇ ਰਾਈਟਸ ਤੇ ਡਾਕਾ ਨਾ ਮਾਰੀਏ ਔਰ ਆਪਣੇ ਰਾਈਟਸ ਦੀ ਰੱਖਿਆ ਕਰੀਏ। तो इस तरह अकाल तख्त साहब सच्चे पातशाह, अकाल तख्त ਜਿਹੜੇ ਨੇ ਉਹ ਸਿੱਖ ਕੌਮ ਦੇ ਇੱਕ ਬੜਾ ਖਾਸ ਸਥਾਨ ਹੈ ਜਿਹਦਾ ਅਸੀਂ ਸਾਰਿਆਂ ਤਖਤਾਂ ਦਾ ਬਹੁਤ ਸਤਿਕਾਰ ਕਰਦੇ। तो सर गुरबख्श सिंह जी ने सवाल पाया एक विच कि एक तो उन्होंने लिखा भी जे कड़ा प्रसाद की देग नूं कृपान भेंट ना करिए तो क्या प्रसाद गुरु साहब एक्सैप्ट नहीं करनगे। मेरी बड़ी सिमर बेनती है सर गुरबख्श सिंह जी और बाकी संगत नूं कि असी बार बार यूनीफॉर्म की गल करते कि साडे हर कदम, हर जिहड़ी साडे रहनी है उहदे विच साडी इकसारता होएगी तो कौम एक मुठ रहेगी। कृपान भेंट क्यों करनी है, वीर प्रभ कीर्तन सिंह जी ने बड़ी डिटेल दसिया कि पंथ प्रवानित मर्यादा विच ये वर्डिंग है तो सानू यही वर्डिंग जिहड़ी है वो यूज करनी चाहिए। बाकी क्यों करनी चाहिए, नहीं करनी चाहिए, कि एक्सैप्ट नहीं होएगा, मेरी बेनती है कि असी इसका जवाब देने तो असमर्थ हाँ कि जे नहीं करांगे तो गुरु साहब एक्सैप्ट करेंगे कि नहीं करेंगे। इन्ना जरूर कहांगे कि पंथ प्रवानित जिहड़ा फैसला है वो हरेक सिख नूं मनना चाहिए, कौम की बेहतरी। तो मैं यही बेनती करांगा, इस तो वध साडे कोल कोई होर जवाब नहीं। तो संगत जी,
ਸਮਾਂ ਕਾਫੀ ਹੋ ਗਿਆ, ਤੋ ਸਵਾਲ ਸਾਡੇ ਕੋਲ 2 ਹੋਰ ਬਚ ਗਏ ਨੇ। ਤੇ ਇੱਕ ਗੁਰਬਖਸ਼ ਸਿੰਘ ਜੀ, ਆਪ ਜੀ ਦਾ ਸਵਾਲ ਸੀ ਤੇ ਉਹਦੇ ਨਾਲ ਹੀ ਲੱਗਦੇ 3-4 ਸਵਾਲ ਆਪ ਜੀ ਦੇ ਹੋਰ ਆ ਗਏ ਨੇ, ਉਹਦੇ ਨਾਲ ਮਿਲਦੇ-ਜੁਲਦੇ। ਤੇ ਉਹ ਫਿਰ ਜਿਸ ਤਰ੍ਹਾਂ ਮੈਂ ਪਿਛਲੀ ਵਾਰੀ ਦੱਸਿਆ ਸੀਗਾ, ਇਹ ਸਵਾਲ-ਜਵਾਬ ਦੇ ਸੈਸ਼ਨ ਵਿੱਚ ਅਸੀਂ 5, 7, 8 ਮਿੰਟ ਤੱਕ ਇੱਕ ਜਵਾਬ ਦੇ ਸਕਦੇ। ਤੇ ਆਪ ਦੇ ਜਿਹੜੇ ਸਵਾਲ ਨੇ ਉਹ ਲੰਬੇ ਨੇ, ਤੇ ਉਹਨਾਂ 'ਚ ਕਵਰ ਨਹੀਂ ਹੋ ਸਕਦੇ, ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਇੱਕ ਪੂਰਾ ਲੈਕਚਰ ਇਹਦੇ ਬਾਰੇ ਰੱਖ ਕੇ, ਤੇ ਆਸ ਹੈ ਕਿ ਅਪ੍ਰੈਲ ਮਹੀਨੇ 'ਚ, ਕਿਉਂਕਿ ਵਿਸਾਖੀ ਅਪ੍ਰੈਲ 'ਚ ਹੁੰਦੀ ਹੈ, ਤੋ ਅਗਲਾ ਮਹੀਨਾ ਹੁਣ ਅਪ੍ਰੈਲ ਆਇਆ ਲਓ, 2 ਕੁ ਹਫ਼ਤੇ ਬਾਅਦ ਇੱਕ ਸਪੈਸ਼ਲ ਲੈਕਚਰ ਰੱਖਿਆ ਜਾਏਗਾ। ਉਹਦੇ ਵਿੱਚ ਜਿਹੜੇ ਆਪ ਜੀ ਵੱਲੋਂ ਇਹ ਸਵਾਲ ਕੀਤੇ ਨੇ, ਕੋਸ਼ਿਸ਼ ਕਰਾਂਗੇ ਕਿ ਉਹਨਾਂ ਸਾਰਿਆਂ ਨੂੰ ਕਵਰ ਕਰ ਲਿਆ ਜਾਏ। ਤੋ ਇਸ ਲਈ ਆਪ ਪਾਸੋਂ ਖਿਮਾ ਮੰਗਦੇ ਹਾਂ, ਤੇ ਇਹ ਆਪ ਪਾਸੋਂ ਮੈਂ ਟਾਈਮ ਬਾਰੋਂ ਕਰ ਰਿਹਾ ਕਿ 2 ਕੁ ਹਫ਼ਤੇ ਲੱਗ ਸਕਦੇ ਨੇ, 3 ਵੀ ਲੱਗ ਸਕਦੇ ਨੇ, ਤੇ ਜਿਹੜੀ ਡੇਟ ਫਿਕਸ ਹੋਏਗੀ ਆਪਾਂ ਅਨਾਉਂਸ ਕਰ ਦਿਆਂਗੇ। ਉਸ ਦਿਨ ਨਾਲੇ ਵਿਸਾਖੀ ਦੀ ਗੱਲ ਹੋਏਗੀ, ਨਾ ਉਹਦੇ ਵਿੱਚ ਹੀ ਆਪ ਜੀ ਦੇ ਜਿਹੜੇ 3-4 ਸਵਾਲ ਨੇ ਉਹਨਾਂ ਨੂੰ ਕਵਰ ਕੀਤਾ ਜਾਏਗਾ। ਅਸੀਂ ਆਪ ਪਾਸੋਂ ਖਿਮਾ ਮੰਗਦੇ। ਤੋ ਸੰਗਤ ਜੀ, ਅੱਜ ਦੇ ਸਵਾਲ-ਜਵਾਬ ਸੈਸ਼ਨ ਵਿੱਚ ਦੇਖੋ, ਮੈਂ ਸ਼ੁਰੂ 'ਚ ਹੀ ਬੇਨਤੀ ਕੀਤੀ ਹੈ, ਹੁਣ ਵੀ ਕਰ ਰਿਹਾ ਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਫਿਰ ਜਿਹੜਾ ਪੈਨਲ ਹੈ, ਇਹ ਅਸੀਂ ਤੁਹਾਡੇ ਸੇਵਾਦਾਰ ਹਾਂ। ਇਹਨਾਂ 'ਚ ਕੋਈ ਸਪੈਸ਼ਲਿਸਟ ਨਹੀਂ ਹੈ ਜਾਂ ਖਾਸ ਕਿਸੇ ਦੀ ਕੋਈ ਇਹ ਸੋਚੀ ਵੀ ਕੋਈ ਸਪੈਸ਼ਲ ਕੋਈ ਪੜ੍ਹਾਈ ਹੈ ਜਾਂ ਕੁਝ ਨਹੀਂ। ਇਹ ਤਾਂ ਸੰਗਤ ਦੀ ਬਰਕਤ ਨਾਲ, ਔਰ ਸੰਗਤ ਜੋ ਸੁਣਿਆ ਸੁਣਾਇਆ ਜਾਂ ਸਿੱਖ ਕਿਸੇ ਕਾਲਜ ਤੋਂ ਜੋ ਸਾਨੂੰ ਸਿੱਖਿਆ ਮਿਲੀ, ਉਹਦੇ ਤੋਂ ਜੋ ਵੀ ਸਾਡੇ ਕੋਲ ਹੋ ਸਕਦਾ ਹੈ ਆਪ ਨਾਲ ਸਾਂਝਾ ਕਰਦੇ ਹਾਂ। ਔਰ ਜ਼ਰੂਰੀ ਗੱਲ ਹੈ ਕਿ ਸਾਡੇ ਜਵਾਬ ਦੇ ਵਿੱਚ ਕਾਫੀ ਊਣਤਾਈਆਂ ਰਹਿ ਜਾਂਦੀਆਂ ਨੇ, ਔਰ ਇਹਦੇ 'ਚ ਹੋਰ ਸਵਾਲ ਜਿਹੜੇ ਉਹ ਨਿਕਲ ਸਕਦੇ ਨੇ। ਊਣਤਾਈਆਂ ਲਈ ਖਿਮਾ, ਤੇ ਜਿਹੜੇ ਹੋਰ ਸਵਾਲ ਨਿਕਲਦੇ ਨੇ ਉਹਨਾਂ ਲਈ ਆਪਾਂ ਨੂੰ ਅਸੀਂ ਬਿਲਕੁਲ ਬੇਨਤੀ ਕਰਾਂਗੇ ਕਿ ਗਰੁੱਪ ਚੈਟ ਵਿੱਚ ਲਿਖੋ, ਜਾਂ ਸਾਨੂੰ WhatsApp ਤੇ ਲਿਖੋ, ਜਾਂ ਕਿਸੇ ਤਰੀਕੇ ਵੀ ਸਾਡੇ ਤੱਕ ਸਵਾਲ ਪਹੁੰਚਾਓ, ਤਾਂ ਜੇ ਅਸੀਂ ਉਹਨੂੰ ਹੋਰ ਵਿਚਾਰ ਕਰਕੇ ਅਗਲੇ ਹਫ਼ਤੇ ਜਾਂ ਉਸ ਤੋਂ ਅਗਲੇ ਹਫ਼ਤੇ ਅਸੀਂ ਫਿਰ ਉਹਦੇ 'ਚ ਕਵਰ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ। ਇੱਕ ਵਾਰੀ ਫਿਰ ਬੇਨਤੀ ਕਰਾਂਗਾ ਕਿ ਸੰਗਤ ਨੂੰ ਕਿ ਸਵਾਲਾਂ ਦੀ ਝੜੀ ਲਾਈ ਰੱਖੋ, ਤਾਂ ਜੇ ਅਸੀਂ ਕੰਮ ਨੂੰ ਲੱਗੇ ਰਹੀਏ, ਵਿਹਲੇ ਨਾ ਰਹੀਏ, ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਹੁਣ ਮੇਰੇ ਵਰਗੇ ਜਿਹੜੇ ਮਤਲਬ ਹੈ ਵੈਸੇ ਹੀ ਰਿਟਾਇਰਡ ਨੇ, ਤੇ ਸਵਾਲ ਸਵੂਲ ਭੇਜਦੇ ਰਿਹਾ ਕਰੋ, ਤਾਂ ਜੀ ਇਸ ਪਾਸੇ ਲੱਗੇ ਰਹੀਏ, ਸਾਡਾ ਸਮਾਂ ਸਫਲ ਹੋਵੇ ਔਰ ਆਪ ਜੀ ਦੀ ਸੇਵਾ ਵੀ ਕਰ ਸਕੀਏ। ਤੋ ਇੱਕ ਵਾਰੀ ਫੇਰ ਭੁੱਲਾਂ ਗਲਤੀਆਂ ਦੀ ਆਪ ਪਾਸੋਂ ਖਿਮਾ ਮੰਗਦਾ। ਅਗਲੇ ਸੋਮਵਾਰ ਤੱਕ ਆਪ ਪਾਸੋਂ ਇਜਾਜ਼ਤ ਲੈ ਕੇ ਸਾਰਾ ਜਿਹੜਾ ਪੈਨਲ ਹੈ ਆਪ ਜੀ ਨੂੰ ਫਤਿਹ ਸਾਂਝੀ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।